ਦੁੱਖਾਂ ਤੋਂ ਨਜ਼ਾਤ ਪਾਉਣ ਲਈ, ਪੀੜਾ ਦਾ ਜੱਬ ਫਾਹ ਮਕਾਉਣ ਲਈ, ਗੱਲ ਪਈ ਦਰਦ ਪੰਜਾਲੀ ਲਾਉਣ ਲਈ, ਤੂੰ ਪੁਰਖ ਅਕਾਲ ਧਿਆਇਆ ਕਰ। ਅਮਨ ਬਾਬਲ ਤੇਰਾ ਸੁੱਖਾਂ ਦਾ ਸਾਗਰ, ਤੂੰ ਜਸ ਉਸੇ ਦਾ ਗਾਇਆ ਕਰ, ਤੂੰ ਜਸ ਉਸੇ ਦਾ ਗਾਇਆ ਕਰ। ਤੂੰ ਸੱਤ ਅਖੰਡ ਜੋਤ ਚੈਨਲ 'ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਬੋਲਣ ਦਾ ਪਹਿਲੂ ਹੈ ਕੀ ਹੈ ਦੁੱਖਾਂ ਦੀ ਜੜ। ਪਹਿਲੇ ਪੁਰਾਤਨ ਵਕਤ ਦੇ ਮੁਕਾਬਲੇ ਜੇ ਅੱਜ ਦੀ ਹਾਈਟੈਕ ਜ਼ਿੰਦਗੀ ਵੱਲ ਝਾਤੀ ਮਾਰ ਕੇ ਵੇਖੀਏ ਤਾਂ ਜਿਸ ਹਿਸਾਬ ਨਾਲ ਅੱਜ ਸੁੱਖ ਆਰਾਮ ਦੇ ਸਾਧਨ ਇਨਸਾਨ ਕੋਲ ਹਨ, ਉਸ ਹਿਸਾਬ ਨਾਲ ਲੱਗਦਾ ਹੈ ਕਿ ਅੱਜ ਦਾ ਇਨਸਾਨ ਬਹੁਤ ਸੁਖੀ ਹੈ, ਇਹਨੂੰ ਕੋਈ ਦੁੱਖ ਨਹੀਂ ਹੈ। ਪਰ ਜਦੋਂ ਕਿਤੇ ਕਿਸੇ ਇਨਸਾਨ ਨਾਲ ਸਹਿ ਸੁਭਾਏ ਹੀ ਬੋਲ ਸਾਂਝੇ ਕਰਕੇ ਵੇਖੀਏ ਤਾਂ ਤਕਰੀਬਨ ਇਨਸਾਨਾਂ ਦੀ ਜ਼ੁਬਾਨ 'ਤੇ ਦੁੱਖ ਹੀ ਹੁੰਦਾ ਹੈ। ਤਕਰੀਬਨ ਹਰ ਇੱਕ ਇਨਸਾਨ ਦੁੱਖ ਪਰੇਸ਼ਾਨੀਆਂ ਦਾ ਹੀ ਰਾਗ ਅਲਾਪਦਾ ਹੈ। ਮੈਨੂੰ ਆ ਹੋ ਗਿਆ, ਮੇਰੇ ਨਾਲ ਆ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਤੇ ਅੱਜ ਅਜਿਹੀ ਹੀ ਇੱਕ ਕਹਾਣੀ ਅਸੀਂ ਅਲਾਪ ਰਹੇ ਹਾਂ ਆਪਣੇ ਸੁਗੜ ਵਿਚਾਰ ਜ਼ਰੀਏ। ਇੱਕ ਵਾਰ ਮਾਨਸਿਕ ਤਾਲ ਤੋਂ ਇੱਕ ਦੁਖੀ ਪਰੇਸ਼ਾਨ ਆਦਮੀ ਇੱਕ ਫਕੀਰਾਂ ਕੋਲ ਜਾਂਦਾ ਹੈ ਤੇ ਜਾ ਕੇ ਦੋਵੇਂ ਹੱਥ ਜੋੜ ਫਕੀਰਾਂ ਅੱਗੇ ਅਰਜ਼ ਕਰਦਾ ਹੈ ਕਿ ਮੈਨੂੰ ਮੇਰੀਆਂ ਤਕਲੀਫਾਂ ਪਰੇਸ਼ਾਨੀਆਂ ਤੋਂ, ਦੁੱਖਾਂ ਤੋਂ ਨਿਜਾਤ ਪਾਉਣ ਦਾ ਹੱਲ ਦੱਸੋ ਤਾਂ ਜੋ ਮੈਂ ਮੁੜ ਕਦੀ ਪਰੇਸ਼ਾਨ ਜਾਂ ਦੁਖੀ ਨਾ ਹੋਵਾਂ। ਹੁਣ ਦੁੱਖ ਸੁੱਖ ਦੀ ਪਰਿਭਾਸ਼ਾ ਭੇਖ ਨੂੰ ਸਮਝ ਚੁੱਕੇ ਫਕੀਰ ਜਾਣਦੇ ਸੀ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਦੁੱਖ ਸੁੱਖ ਤਾਂ ਇਸ ਚਲਾਇਮਾਨ ਸੰਸਾਰ ਦੀ ਚਲਾਇਮਾਨ ਗਤੀ ਦਾ ਹਿੱਸਾ ਹੈ, ਜਿਸ ਕਰਕੇ ਇੱਥੇ ਸੰਸਾਰ ਦੇ ਰਹਿੰਦਿਆਂ ਇਹ ਇਨਸਾਨ ਦੀ ਜ਼ਿੰਦਗੀ 'ਚ ਆਉਂਦੇ ਜਾਂਦੇ ਰਹਿੰਦੇ ਹਨ। ਇਸ ਲਈ ਇਨਸਾਨ ਵਾਸਤੇ ਪੂਰਨ ਰੂਪ ਵਿੱਚ ਇਹਨਾਂ ਤੋਂ ਨਿਜਾਤ ਪਾਉਣੀ ਤਕਰੀਬਨ ਨਾਮੁਮਕਿਨ ਹੈ। ਪਰ ਫਿਰ ਵੀ ਫਕੀਰੀ 'ਚ ਪੈ ਫਿਕਰਾਂ ਦਾ ਫਾਹਾ ਵੱਢ ਚੁੱਕੇ ਉਹ ਫਕੀਰ ਉਸ ਇਨਸਾਨ ਨੂੰ ਸਦਾ ਲਈ ਦੁੱਖਾਂ ਪਰੇਸ਼ਾਨੀਆਂ ਦੇ ਆਉਣ ਦਾ ਕਾਰਨ ਸਮਝਾਉਣਾ ਚਾਹੁੰਦੇ ਸੀ। ਕਿਉਂਕਿ ਜਦੋਂ ਅਸੀਂ ਕਿਸੇ ਦੁੱਖ ਦਾ, ਕਿਸੇ ਪਰੇਸ਼ਾਨੀ ਦਾ ਕਾਰਨ ਜਾਣ ਲੈਂਦੇ ਹਾਂ ਤਾਂ ਬੜੀ ਹੱਦ ਤੱਕ ਸਾਡੀ ਪਰੇਸ਼ਾਨੀ ਘੱਟ ਹੋ ਜਾਂਦੀ ਹੈ, ਕਿਉਂਕਿ ਸਾਡੇ ਕੋਲ ਮੌਜੂਦ ਸਮਝ ਸਾਨੂੰ ਰਾਹ ਦਿੰਦੀ ਹੈ ਪਰੇਸ਼ਾਨੀ ਹੱਲ ਕਰਨ ਦਾ। ਇਸ ਲਈ ਦੁੱਖ ਸੁੱਖ ਦੇ ਬੈਲੈਂਸ ਵਿੱਚ ਖੇਡਦੇ ਇਨਸਾਨ ਨੂੰ ਸਿਰੇ ਦੀ ਗੱਲ ਸਮਝਾਉਣ ਲਈ ਉਹਨਾਂ ਫਕੀਰਾਂ ਇੱਕ ਜੁਗਤ ਲੜਾਈ ਤੇ ਪੁੱਛਣ ਲੱਗੇ ਕਿ ਤੂੰ ਜਿਸ ਘਰ ਵਿੱਚ ਰਹਿੰਦਾ ਹੈ ਉਹ ਕਿੰਨਾ ਕੁ ਵੱਡਾ ਹੈ, ਉੱਥੇ ਕੋਈ ਨੌਕਰ ਚਾਕਰ ਕੰਮ ਕਰਦੇ ਨੇ, ਤੇਰੇ ਕੋਲ ਕੋਈ ਗੱਡੀ ਕਾਰ, ਕੋਈ ਜ਼ਮੀਨ ਜਾਇਦਾਦ ਹੈਗੀ ਏ? ਤਾਂ ਉਹ ਆਦਮੀ ਬੜਾ ਫਬਾ ਕੇ ਜਵਾਬ ਦਿੰਦਾ ਹੈ, ਜੀ ਮੇਰੇ ਕੋਲ ਆਲੀਸ਼ਾਨ ਘਰ ਏ, ਮੇਰੇ ਘਰ 'ਚ ਨੌਕਰ ਚਾਕਰ ਮੇਰੇ ਅੱਗੇ ਪਿੱਛੇ ਫਿਰਦੇ ਹਨ, ਮੇਰੇ ਕੋਲ ਗੱਡੀਆਂ ਵੀ ਹਨ, ਚੋਖੀ ਜ਼ਮੀਨ ਜਾਇਦਾਦ ਵੀ ਹੈ, ਮੇਰੇ ਘਰ 'ਚ ਤਾਂ ਸੁੱਖ ਆਰਾਮ ਦੀ ਹਰ ਸਹੂਲਤ ਹੈ। ਤਾਂ ਫਕੀਰ ਕਹਿੰਦੇ ਕਿ ਫਿਰ ਤੂੰ ਮੇਰੇ ਕੋਲ ਮੇਰੀ ਇਸ ਛੋਟੀ ਜਿਹੀ ਝੌਂਪੜੀ 'ਚ ਕੀ ਲੈਣ ਆਇਆ ਹੈ? ਨਾ ਤਾਂ ਮੇਰੇ ਕੋਲ ਨੌਕਰ ਚਾਕਰ ਨੇ, ਨਾ ਗੱਡੀਆਂ ਕਾਰਾਂ ਨੇ, ਨਾ ਜ਼ਮੀਨ ਜਾਇਦਾਦ ਹੈ, ਫਿਰ ਤੂੰ ਮੇਰੇ ਕੋਲ ਕੀ ਲੈਣ ਆਇਆ ਹੈ? ਜੇ ਇੰਨਾ ਕੁਝ ਹੋਣ ਦੇ ਬਾਵਜੂਦ, ਸੁੱਖ ਆਰਾਮ ਦੇ ਸਭ ਸਾਧਨ ਹੋਣ ਦੇ ਬਾਵਜੂਦ ਤੂੰ ਸੁਖੀ ਨਹੀਂ ਆ ਤਾਂ ਤੈਨੂੰ ਕਿਵੇਂ ਲੱਗਾ ਕਿ ਮੈਂ ਸੁਖੀ ਹਾਂ ਜਾਂ ਮੈਂ ਤੈਨੂੰ ਸੁੱਖ ਦੇ ਸਕਦਾ ਹਾਂ? ਉਹ ਫਕੀਰਾਂ ਦੇ ਇਹ ਸਭ ਵਾਕ ਸੁਣ ਉਹ ਆਦਮੀ ਇੱਕ ਪਲ ਲਈ ਚੁੱਪ ਜਿਹਾ ਹੋ ਗਿਆ ਤੇ ਕੁਝ ਟਾਈਮ ਸੋਚਣ ਪਿੱਛੋਂ ਬੜੀ ਹੌਲੀ ਜਿਹੀ ਆਵਾਜ਼ 'ਚ ਦੋਵੇਂ ਹੱਥ ਜੋੜ ਫਕੀਰਾਂ ਨੂੰ ਕਹਿੰਦਾ, ਜੀ ਤੁਸੀਂ ਰੱਬ ਦੇ ਮੁਰੀਦ ਹੋ, ਤੁਹਾਡੀ ਰੱਬ ਨਾਲ ਸਾਂਝ ਹੈ ਤੇ ਤੁਸੀਂ ਮੈਨੂੰ ਸੁਖੀ ਰਹਿਣ ਦਾ ਰਾਹ ਦੱਸ ਸਕਦੇ ਹੋ। ਆਦਮੀ ਦੀ ਇੰਨੀ ਗੱਲ ਸੁਣ ਫਕੀਰ ਮੁਸਕਰਾ ਕੇ ਕਹਿੰਦੇ, ਬਸ ਇਹੀ ਰਾਹ ਹੀ ਦੁੱਖਾਂ ਪਰੇਸ਼ਾਨੀਆਂ ਤੋਂ ਨਿਜਾਤ ਪਾਉਣ ਦਾ ਕਿ ਰੱਬ ਨਾਲ ਸਾਂਝ ਪਾ ਲੈ। ਪਵਿੱਤਰ ਗੁਰੂ ਗੁਰਬਾਣੀ ਦਾ ਫੁਰਮਾਨ ਹੈ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਸਭ ਤੋਂ ਵੱਡਾ ਦੁੱਖ ਵਿਛੋੜਾ ਹੈ। ਜੇ ਕਦੀ ਵੇਖੀਏ ਤਾਂ ਇਸ ਮਾਤ ਲੋਕ ਵਿੱਚ ਆ ਅਸੀਂ ਜਿਸ ਵੀ ਦੁੱਖ ਪਰੇਸ਼ਾਨੀ ਨੂੰ ਅੱਜ ਹੰਢਾ ਰਹੇ ਹਾਂ, ਉਸ ਸਭ ਦਾ ਕਾਰਨ ਇਹੀ ਹੈ ਕਿ ਅਸੀਂ ਆਪ ਦੇ ਮੂਲ, ਆਪ ਦੇ ਪਰਮ ਪਿਤਾ ਪਰਮਾਤਮਾ ਤੋਂ ਵਿਛੜੇ ਹਾਂ ਤੇ ਵਿਛੜਨ ਕਰਕੇ ਹੀ ਇਸ ਮਾਤ ਲੋਕ 'ਚ ਆ ਇਹ ਕਾਇਆ ਰੂਪ ਵਸਤਰ ਹੰਢਾ ਰਹੇ ਹਾਂ। ਕਦੇ ਗਹਿਰੇ ਹੋ ਵਾਚ ਕੇ ਵੇਖੀਏ ਤਾਂ ਸਾਡੇ ਹਰ ਦੁੱਖ ਦਾ, ਸਾਡੀ ਹਰ ਪਰੇਸ਼ਾਨੀ ਦਾ ਕਾਰਨ ਸਰੀਰ ਹੈ। ਕਿਉਂਕਿ ਸਰੀਰ ਨਾਲ ਹੀ ਸਰੀਰਿਕ ਦੁੱਖ ਪੀੜ ਬਿਮਾਰੀਆਂ ਹਨ, ਸਰੀਰ ਨਾਲ ਹੀ ਰਿਸ਼ਤੇ ਹਨ, ਸਰੀਰ ਨਾਲ ਹੀ ਰਿਸ਼ਤਿਆਂ ਦਾ ਵਰਤੋਂ ਵਿਹਾਰ ਹੈ। ਰਿਸ਼ਤੇਦਾਰੀ, ਕੁਟੁੰਬ ਕਬੀਲੇ ਦੀ ਜਿੰਨੀ ਪਰੇਸ਼ਾਨੀ ਹੈ ਉਹ ਵੀ ਸਭ ਸਰੀਰ ਨਾਲ ਹੈ। ਸਰੀਰ ਨਾਲ ਹੀ ਢਿੱਡ ਦੀ ਭੁੱਖ ਹੈ, ਸਰੀਰ ਨਾਲ ਹੀ ਚਾਹਤਾਂ, ਖਵਾਇਸ਼ਾਂ, ਤ੍ਰਿਸ਼ਨਾਵਾਂ ਦੀ ਭੁੱਖ ਹੈ। ਜੇ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਸਰੀਰ ਕਰਕੇ ਹੀ ਮਾਨਸਿਕ ਪਰੇਸ਼ਾਨੀ ਹੈ, ਸਰੀਰ ਕਰਕੇ ਹੀ ਆਰਥਿਕ ਤੰਗੀ ਤੋਸ਼ੀ ਹੈ ਤੇ ਸਰੀਰ ਕਰਕੇ ਹੀ ਸਰੀਰਿਕ ਪਰੇਸ਼ਾਨੀ ਹੈ। ਪਰ ਸਰੀਰ ਕਿਸ ਕਰਕੇ ਹੈ?
ਸਰੀਰ ਹੈ ਜਨਮ ਮਰਨ ਦੇ ਗੇੜ 'ਚ ਹੋਣ ਕਰਕੇ, ਤੇ ਜਨਮ ਮਰਨ ਦਾ ਗੇੜ ਹੈ ਵਿਛੋੜੇ ਕਰਕੇ। ਅਸਲ 'ਚ ਵਿਛੋੜਾ ਹੀ ਦੁੱਖਾਂ ਪਰੇਸ਼ਾਨੀਆਂ ਦਾ ਅਸਲ ਕਾਰਨ ਹੈ। ਬਾਕੀ ਤਾਂ ਸਭ ਥੋੜ੍ਹੇ ਚਿਰੇ ਕਾਰਨ ਵਕਤ ਨਾਲ ਦੁੱਖ ਦਰਦ 'ਚ ਮਹਿਜ ਇਜ਼ਾਫਾ ਕਰਦੇ ਹਨ। ਇਹ ਅਸਲ ਵਿੱਚ ਅਸਲ ਦੁੱਖ ਦਾ ਕਾਰਨ ਨਹੀਂ ਹੁੰਦੇ। ਅਸਲ ਵਿੱਚ ਦੁੱਖ ਦਾ ਕਾਰਨ ਤਾਂ ਵਿਛੋੜਾ ਹੈ। ਤੇ ਫਿਰ ਜਿਸ ਦਿਨ ਸਾਡੀ ਸਾਂਝ ਸਾਡੇ ਆਪ ਦੇ ਮੂਲ ਪਰਮ ਪਿਤਾ ਪਰਮਾਤਮਾ ਨਾਲ ਪੈ ਜਾਂਦੀ ਹੈ, ਉਸ ਦਿਨ ਇਹ ਵਿਛੋੜੇ ਦਾ ਦੁੱਖ ਮੁੱਕ ਜਾਂਦਾ ਹੈ। ਚਾਹਤਾਂ, ਖਵਾਹਿਸ਼ਾਂ, ਤ੍ਰਿਸ਼ਨਾਵਾਂ ਦੀ ਭੁੱਖ ਦਾ ਦੁੱਖ ਮੁੱਕ ਜਾਂਦਾ ਹੈ। ਤੇ ਸਭ ਤੋਂ ਵੱਡੀ ਗੱਲ, ਜਨਮ ਮਰਨ ਦਾ ਦੁੱਖ ਮੁੱਕ ਜਾਂਦਾ ਹੈ, ਕਿਉਂਕਿ ਸਾਂਝ ਪੈ ਗਈ ਉਸ ਵੱਡ ਸਮਰੱਥ ਪੁਰਖ ਨਾਲ, ਜਿਸ ਬਾਬਤ ਗੁਰਬਾਣੀ ਫੁਰਮਾਨ ਕਰਦੀ ਹੈ, ਨਾਮ ਸੁਨਤ ਜਮ ਦੂਰੋਂ ਭਾਗੈ। ਸੋ ਇਸ ਉਪਰੋਕਤ ਵਾਕੀ ਕਾਲਪਨਿਕ ਕਹਾਣੀ 'ਚ ਜਿਹੜੀ ਗੱਲ, ਜਿਹੜਾ ਸੂਤਰ ਫਕੀਰਾਂ ਦੀ ਜ਼ੁਬਾਨੋਂ ਕਹਾਣੀ ਵਿਚਲੇ ਆਦਮੀ ਦੀ ਝੋਲੀ 'ਚ ਪ੍ਰਸਾਦ ਰੂਪ ਪਿਆ ਹੈ, ਉਹੀ ਸੂਤਰ ਇਹ ਵਿਚਾਰ ਆਪਣੀਆਂ ਸਰਲ ਸਤਰਾਂ ਰਾਹੀਂ ਗੁਰਬਾਣੀ ਦੇ ਪਵਿੱਤਰ ਫੁਰਮਾਨਾਂ ਦੇ ਹਵਾਲਿਆਂ ਰਾਹੀਂ ਸਾਡੀ ਝੋਲੀ 'ਚ ਵੀ ਪਾਉਂਦਾ ਹੈ। ਸਾਨੂੰ ਸਭ ਨੂੰ ਸਮਝਾਉਂਦਾ ਹੈ ਕਿ ਦੁੱਖਾਂ ਦਰਦਾਂ ਤੋਂ ਨਿਜਾਤ ਪਾਉਣ ਲਈ ਆਪ ਦੀ ਸਾਂਝ ਆਪ ਦੇ ਮੂਲ, ਆਪ ਦੇ ਪਿਤਾ ਪਰਮਾਤਮਾ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨਾਲ ਪਾ ਲਈਏ, ਕਿਉਂਕਿ ਸੁੱਖਾਂ ਦਾ ਸਾਗਰ, ਸੁੱਖਾਂ ਦਾ ਸੋਮਾ ਉਹੀ ਹੈ। ਸਤਿ ਸ੍ਰੀ ਅਕਾਲ।